Good morning. Today we are going to discuss a very important topic, that is your Schrodinger wave equation. बेटे सब तो पहला तो तुसी ये सोचना हैगा कि श्रोडिंजर ने तो ये गल कही सी कि इलैक्ट्रॉन का ड्यूल नेचर है, पर श्रोडिंजर की इक्वेशन के नाल वेव लगी है। सो इट मीनस कुछ ना कुछ गहरा रहस्य छिपया हैगा। श्रोडिंजर ने 1926 ਦੇ ਵਿੱਚ ਇਹ ਕੁਐਸਚਨ ਦਿੱਤੀ ਸੀ ਜੋ ਕਿ ਡਿਸਕ੍ਰਾਈਬ ਕਰਦੀ ਸੀ ਬਿਹੇਵੀਅਰ ਆਫ ਇਲੈਕਟ੍ਰੋਨ ਵੇਵਸ ਇਨ ਐਟਮ ਐਂਡ ਮੋਲੀਕਿਊਲਸ। ਬੇਟੇ ਇੱਥੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹੈਗਾ ਕਿ ਜਿਹੜਾ ਐਟਮ ਜਾਂ ਮੋਲੀਕਿਊਲ ਹੋਏਗਾ ਉਹ 1 ਇਲੈਕਟ੍ਰੋਨ ਐਟਮ ਜਾਂ ਮੋਲੀਕਿਊਲ ਹੋਵੇਗਾ, ਜਿਵੇਂ ਕਿ ਹੀਲੀਅਮ ਪਲੱਸ ਲਿਥੀਅਮ 2+ ਇੱਕੋ ਹੀ ਇਲੈਕਟ੍ਰੋਨ ਹੈ। ਸੋ Schrodinger gave a wave equation to describe the behavior of electron waves in atom and molecules in 1926. Schrodinger considered wave model of an atom। ਤੁਹਾਨੂੰ ਮੈਂ ਜਿਵੇਂ ਪਿਛਲੇ ਆਪਣੇ YouTube ਲੈਕਚਰ ਦੱਸਿਆ ਸੀ ਕਿ ਬੋਹਰ ਨੇ ਬੜੀ ਅੱਛੀ ਤਰ੍ਹਾਂ ਕਲਾਸੀਕਲ ਮਕੈਨਿਕਸ ਲਗਾ ਕੇ ਉਹਦੀ એનર્ਜੀ ਕੈਲਕੂਲੇਟ ਕੀਤੀ ਹੋਈ ਸੀ ਇਲੈਕਟ੍ਰੋਨ ਦੀ, ਕਿਉਂਕਿ ਬੇਟੇ ਸਾਰਿਆਂ ਨੂੰ ਪਤਾ ਸੀ En = -2 π² me4 z² n² h²। ਸਾਰਿਆਂ ਨੂੰ ਪਤਾ ਕਿ ਇਹ ਇਕੁਏਸ਼ਨ ਬਿਲਕੁਲ ਠੀਕ ਹੈ ਬੋਹਰ ਦੀ, ਪਰ ਜਦੋਂ ਸ਼੍ਰੋਡਿੰਜਰ ਨੇ ਵੇਵ ਮਾਡਲ ਲਗਾਇਆ ਉਸਨੇ ਵੀ ਇਸ ਤਰ੍ਹਾਂ ਦੇ ਡਿਸਕ੍ਰੀਟ એનર્ਜੀ ਲੈਵਲਸ। ਬੇਟੇ ਡਿਸਕ੍ਰੀਟ ਦਾ ਮਤਲਬ ਹੁੰਦਾ ਬਹੁਤ ਅਲੱਗ-ਅਲੱਗ ਤਰ੍ਹਾਂ ਦੇ। ਤੁਹਾਨੂੰ ਮੈਂ ਇੱਕ ਚੀਜ਼ ਦੱਸ ਦਿੰਦਾ, ਜੇ ਤਾਂ એનર્ਜੀ ਲੈਵਲਸ ਦੇ ਵਿਚਕਾਰ ਬਰਾਬਰ એનર્ਜੀ ਲੈਵਲਸ ਨੇ, ਫੋਰ ਐਗਜ਼ਾਮਪਲ ਇੱਕ ਲੈਵਲ ਸਭ ਤੋਂ ਥੱਲੇ ਵਾਲਾ ਅਤੇ ਉਸ ਤੋਂ ਉੱਪਰ ਵਾਲੇ 'ਚ 0.1 ਕਿਲੋ ਜੂਲ ਜਾਂ ਜੂਲ ਦਾ ਫਰਕ ਹੈ, ਔਰ ਸਾਰਿਆਂ ਦੇ ਵਿੱਚ ਇਹੀ ਸੇਮ એનર્ਜੀ ਡਿਫਰੈਂਸ ਹੈ, ਤਦ ਬੇਟੇ ਉਸ ਨੂੰ ਆਪਾਂ ਡੀਜਨਰੇਟ એનર્ਜੀ ਲੈਵਲ ਕਹਿੰਦੇ ਆ। ਸੋ ਜ਼ਿਆਦਾਤਰ ਜਦੋਂ ਆਪਾਂ ਅੱਗੇ ਜਾ ਕੇ ਇਸ ਨੂੰ ਸਟੈਟਿਸਟਿਕਸ ਦੇ ਨਾਲ ਲਗਾਉਂਦੇ ਆ, ਸਾਡੇ ਕੋਲ ਕੁਆਂਟਮ ਦੇ ਵਿੱਚ ਟਰਾਂਸਲੇਸ਼ਨ ਮੋਸ਼ਨ ਸਟੈਟਿਸਟਿਕਸ ਚਲੇ ਜਾਂਦੇ ਨੇ, ਰੋਟੇਸ਼ਨ ਮੋਸ਼ਨ, ਵਾਈਬ੍ਰੇਸ਼ਨ ਮੋਸ਼ਨ, ਇਲੈਕਟ੍ਰੋਨਿਕ ਮੋਸ਼ਨ। ਔਰ ਜਿਉਂ-ਜਿਉਂ ਆਪਾਂ ਉੱਪਰ ਜਾਂਦੇ ਨੇ, ਤੁਸੀਂ BSc 'ਚ ਦੇਖਿਆ ਫਰੈਂਕ ਕੋਂਡਨ ਪ੍ਰਿੰਸੀਪਲ ਦੇ ਵਿੱਚ ਕਿ ਜਿਉਂ-ਜਿਉਂ ਆਪਾਂ ਉੱਪਰ ਜਾਂਦੇ ਆ ਜਿਹੜਾ એનર્ਜੀ ਦਾ ਗੈਪ ਹੈ ਉਹ ਘਟਦਾ ਜਾਂਦਾ ਹੈ। ਔਰ ਜਦੋਂ ਆਪਣਾ એનર્ਜੀ ਦਾ ਗੈਪ ਬੇਟੇ ਘਟਦਾ ਜਾਂਦਾ ਹੈ, ਅਲਟੀਮੇਟਲੀ ਡੀਜਨਰੇਸੀ ਨੋਨ ਡੀਜਨਰੇਸੀ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਸੋ ਉਸਨੇ 54 ਨੰਬਰ ਇਕੁਏਸ਼ਨ ਦੇਖੋ, ਬਹੁਤ ਸਿਆਣੀ ਗੱਲ ਕੀਤੀ। ਇੱਕ ਪਾਸੇ ਟਾਈਮ ਨਾਲ ਸਬ ਫੰਕਸ਼ਨ ਲੈ ਲਿਆ ਅਤੇ ਇੱਕ ਪਾਸੇ ਡਿਸਟੈਂਸ ਨੂੰ ਕੰਸੀਡਰ ਕਰ ਲਿਆ। ਡਿਸਟੈਂਸ ਦਾ ਮਤਲਬ ਬੇਟੇ ਇਹ ਹੈਗਾ ਕਿ ਵੇਵ ਕਿੰਨਾ ਚੱਲੀ। ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਵੇਵ ਦਾ ਕ੍ਰੈਸਟ ਹੁੰਦਾ ਹੈ, ਇੱਕ ਟਰਫ ਹੁੰਦਾ ਹੈ, ਔਰ ਨੈਚੁਰਲੀ ਜਿੰਨੀ ਹਾਈਟ ਵੇਵ ਗੇਨ ਕਰਦੀ ਹੈ ਉਹ ਇੱਕ ਐਂਪਲੀਟਿਊਡ ਹੁੰਦੀ ਹੈ। ਔਰ ਬੇਟੇ ਇਹ ਸਾਈਨ ਵੇਵ ਹੈ। ਸਾਈਨ ਵੇਵ ਜਿਹੜੀ ਸਾਈਨ 0 ਹੁੰਦਾ ਹੈ ਔਰ cos 0 1 ਹੁੰਦਾ ਹੈ, ਅਤੇ ਇਟ ਮੀਨਸ 0 ਤੋਂ ਸਟਾਰਟ ਹੁੰਦੀ ਹੈ, ਔਰ ਸਾਰਿਆਂ ਨੂੰ ਪਤਾ ਹੈ ਸਾਈਨ ਵੇਵ ਕਿਸ ਤਰ੍ਹਾਂ ਦੀ। ਸੋ ਇਕੁਏਸ਼ਨ ਨੰਬਰ 52 ਡੈਰੀਵੇਟਿਵ ਦੱਸ ਰਹੀ ਹੈ ਇੱਕ ਲੈਫਟ ਹੈਂਡ ਸਾਈਡ 'ਤੇ y ਵਿਦ ਰਿਸਪੈਕਟ ਟੂ x = 1/u², ਡੈਰੀਵੇਟਿਵ ਆਫ y, ਸੈਕਿੰਡ ਡੈਰੀਵੇਟਿਵ ਆਫ y ਵਿਦ ਰਿਸਪੈਕਟ ਟੂ ਟਾਈਮ। ਦੇਖੋ ਬੇਟੇ ਸ਼੍ਰੋਡਿੰਜਰ ਨੂੰ ਸ਼ਾਇਦ ਇਸ ਚੀਜ਼ ਦਾ ਉਸ ਸਮੇਂ ਵੀ ਨੌਲੇਜ ਨਹੀਂ ਸੀ ਕਿ ਮੈਂ ਸੈਕਿੰਡ ਡੈਰੀਵੇਟਿਵ ਕਿਉਂ ਲੈ ਰਿਹਾ। ਲੇਟਰ ਔਨ ਹੀ ਰਿਅਲਾਈਜ਼ਡ ਕਿ
कि सैकेंड डेरीवेटिव करके ही ये सक्सैसफुल हो सकिया, क्योंकि साइन का फस्ट डेरीवेटिव कॉज होंदा है तो सैकेंड डेरीवेटिव ही साइन होंदा है, माइनस साइन होंदा है। और आइगन फंक्शन दी जिमें कि आपां पोस्टूलेट नंबर 1 ते 2 दे विच कंसीडरेशनस कीतियां सी क्वांटम दे विच कि आइगन फंक्शन होना बहुत ज़रूरी है। सो इक्वेशन नंबर 55 ਤੁਹਾਨੂੰ ਇਹ ਦੱਸ ਰਹੀ ਹੈ ਕਿ ਆਓ ਆਪਾਂ ਇਸ ਨੂੰ ਦੋ ਵੇਰੀਏਬਲਸ ਦੇ ਵਿੱਚ ਵੰਡ ਲੈਂਦੇ ਆ। ਇੱਕ ਨੂੰ ਆਪਾਂ fx ਕਹਿ ਦਿੱਤਾ, ਇੱਕ ਨੂੰ ਆਪਾਂ gt ਕਹਿ ਦਿੱਤਾ। ਔਰ ਵੇਵ ਬੇਟੇ ਹਮੇਸ਼ਾ ਆਪਾਂ ਡਿਪੈਂਡ ਕਰਦਾ ਵੇਵ ਦੇ ਵਿੱਚ ਕੀ ਹੁੰਦਾ ਹੈ, ਐਂਪਲੀਟਿਊਡ ਹੁੰਦਾ ਹੈ, ਟਾਈਮ ਹੁੰਦਾ ਹੈ, ਰਾਈਟ, ਤੇ ਮੂਵਮੈਂਟ ਹੁੰਦੀ ਹੈ। ਸੋ ਉਸਨੇ gt ਨੂੰ a sin 2 μt ਲੈ ਲਿਆ ਔਰ ਉਸ ਨੂੰ a ਨੂੰ ਇਹ ਮੰਨਿਆ ਕਿ a ਜਿਹੜੀ ਹੈਗੀ ਹੈ 50 ਆਪਣਾ ਇਹ ਕਹਿ ਲਓ ਇਟ ਇਜ਼ ਅ ਕੌਨਸਟੈਂਟ ਔਰ ਮੈਕਸਿਮਮ ਐਂਪਲੀਟਿਊਡ। ਇਕੁਏਸ਼ਨ ਨੰਬਰ 56 ਦੀ ਬੇਟੇ ਗੱਲ ਕਰ ਰਿਹਾ, ਦੈਟ ਇਜ਼ ਮੈਕਸਿਮਮ ਐਂਪਲੀਟਿਊਡ। ਬੇਟੇ ਇੱਥੋਂ ਦੀ ਇਹ ਗੱਲ ਕਲੈਰੀਫਾਈ ਹੁੰਦੀ ਹੈ ਕਿ ਨੈਚੁਰਲੀ ਵੇਵ ਦਾ ਇੱਕ ਐਂਪਲੀਟਿਊਡ ਹੁੰਦਾ ਹੈ। ਐਂਪਲੀਟਿਊਡ ਇੱਕ ਵਾਰ ਜਦੋਂ ਮੈਕਸਿਮਮ ਆ ਗਿਆ, ਫੋਰ ਐਗਜ਼ਾਮਪਲ ਦੇਖੋ ਨਾ, ਆਪਾਂ ਜਦੋਂ ਵੀ ਵੇਵ ਜਨਰੇਟ ਕਰਦੇ ਆ, ਹੋ ਸਕਦਾ ਪਹਿਲਾਂ ਛੋਟੀ ਵੇਵ ਜਨਰੇਟ ਹੋਵੇ ਫਿਰ ਵੱਡੀ ਹੋਵੇ, ਹੈਗੀ ਉਹ ਵੀ ਸਾਈਨ ਹੈ ਛੋਟੀ ਵਾਲੀ, ਪਰ ਆਪਾਂ ਬੇਟੇ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਹਾਈਟ ਹੋਏਗੀ ਨਾ, ਹਾਈਟ ਸਭ ਤੋਂ ਜ਼ਿਆਦਾ, ਐਂਪਲੀਟਿਊਡ ਜ਼ਿਆਦਾ, ਉਹ ਵੇਵ ਆਪਾਂ ਲੈ ਕੇ ਚੱਲਣੀ ਹੈ। ਸੋ ਦਿਸ ਇਜ਼ ਆਲਸੋ ਏ ਵੀ ਕੈਨ ਸੇ ਉਹ ਵੇਵ ਫੰਕਸ਼ਨ ਆਪਾਂ ਲੈ ਕੇ ਚੱਲਣਾ ਹੈ। ਇੱਕ ਤਰ੍ਹਾਂ ਦਾ ਇਹ ਇੱਕ ਬੜਾ ਅੱਛਾ ਟਰਾਇਲ ਵੇਵ ਫੰਕਸ਼ਨ ਹੈ। ਆਓ ਬੇਟੇ ਹੁਣ ਇਕੁਏਸ਼ਨ ਨੰਬਰ 57 ਵੱਲ ਚਲੀਏ। ਇਕੁਏਸ਼ਨ ਨੰਬਰ 57 56 ਦਾ ਹੀ ਰੂਪ ਹੈ। ਉਸਨੇ ਇਹ ਗੱਲ ਮੰਨ ਕੇ ਚੱਲੀ ਕਿ ਆਪਾਂ ਦੋ ਤਰ੍ਹਾਂ ਦੇ ਸਬ ਵੇਵ ਫੰਕਸ਼ਨ ਲੈ ਲਏ। ਇੱਕ ਮੈਂ ਫੰਕਸ਼ਨ ਲੈ ਲਿਆ ਵਿਦ ਰਿਸਪੈਕਟ ਟੂ x ਤੇ ਇੱਕ ਆਪਾਂ ਵਿਦ ਰਿਸਪੈਕਟ ਟੂ ਆਪਣਾ ਟਾਈਮ ਲੈ ਲਿਆ। ਤੇ ਬੇਟੇ ਇਹਨੇ ਇਕੁਏਸ਼ਨ ਨੰਬਰ 57 ਤੋਂ ਸਿੱਧਾ ਜੰਪ ਲਗਾਈ 58 ਤੇ ਸੈਕਿੰਡ ਡੈਰੀਵੇਟਿਵ ਲੈ ਲਿਆ। ਤੁਸੀਂ ਦੋ ਸਟੈਪਸ ਵੀ ਕਰ ਸਕਦੇ ਹੋ। ਪਹਿਲਾ ਫਸਟ ਲੈ ਲਿਓ, ਕਿਉਂਕਿ ਤੁਹਾਨੂੰ ਪਤਾ ਹੈ ਅਗਰ ਮੇਰੇ ਕੋਲ sin 2x ਹੋਵੇ ਤਾਂ ਫਸਟ ਡੈਰੀਵੇਟਿਵ ਉਹਦਾ cos 2x ਹੁੰਦਾ, ਪਰ ਜਿਹੜਾ 2 ਹੁੰਦਾ ਉਹ ਬਾਹਰ ਆ ਜਾਂਦਾ ਹੈ। ਜਿਹੜੇ ਉਹਦੇ ਨਾਲ ਇੰਟਰਨਲ ਕੌਂਸਟੈਂਟਸ ਹੁੰਦੇ ਨੇ ਉਹ ਵੀ ਬਾਹਰ ਆ ਕੇ ਮਲਟੀਪਲਾਈ ਹੋ ਜਾਂਦੇ ਨੇ। ਫੋਰ ਐਗਜ਼ਾਮਪਲ sin ax a cos x, ਠੀਕ। ਅਤੇ ਜਦੋਂ ਆਪਾਂ ਸੈਕਿੰਡ ਫੇਰ ਕਰਾਂਗੇ ਤਾਂ ਇੱਕ a ਹੋਰ ਆ ਜਾਏਗਾ, ਤਾਂ a ਨਾਲ ਮਾਈਨਸ, ਤਾਂ ਮਾਈਨਸ a ਸਕੇਅਰ sin x। ਸੋ ਬੇਟੇ ਇਹਦੇ ਵਿੱਚ ਵੀ ਉਹੀ ਚੀਜ਼ ਹੈ ਕਿ a ਸਕੇਅਰ ਹੋ ਗਿਆ, ਸੌਰੀ ਸਾਈਨ ਨਹੀਂ। ਸੋ 58 ਦੇ ਵਿੱਚ ਸਾਫ਼ ਕਿਹਾ ਗਿਆ ਇਹਨੇ, ਜਦੋਂ ਇਸਨੇ ਸੈਕਿੰਡ ਡੈਰੀਵੇਟਿਵ ਲੈ ਲਿਆ, ਸਾਈਨ ਦਾ ਸਾਈਨ ਰਹਿ ਗਿਆ ਅਤੇ ਜਿਹੜਾ 2 ਪਾਈ ਮਿਊ ਸੀ ਉਹ ਦੋ ਵਾਰ ਬਾਹਰ ਆਇਆ, 2 ਪਾਈ ਮਿਊ 2 ਪਾਈ ਮਿਊ, 2 2 का 4 ਪਾਈ ਸਕੇਅਰ ਹੋ ਗਿਆ, ਮਿਊ ਸਕੇਅਰ ਹੋ ਗਿਆ। ਸੋ ਤੁਹਾਡੀ ਇਕੁਏਸ਼ਨ ਨੰਬਰ ਇਹ 58 ਬਣ ਗਈ। ਔਰ ਨੈਚੁਰਲੀ ਇਹਦੇ ਵਿੱਚ ਅਗਰ ਆਪਾਂ sin 2 ਪਾਈ ਮਿਊ ਟੀ ਦੇਖੀਏ ਤਾਂ ਬੇਟੇ ਇਹ ਕੀ ਹੈ, ਇਹ ਇੱਕ ਵੇਵ ਫੰਕਸ਼ਨ ਹੈ। ਔਰ ਇਟ ਮੀਨਸ ਉਹੀ ਚੀਜ਼ ਹੈ ਜਿੱਥੋਂ ਆਪਾਂ ਸਟਾਰਟ ਕੀਤਾ ਸੀ ਜਿਹੜੇ ਫੰਕਸ਼ਨ ਤੋਂ। ਇਟ ਮੀਨਸ ਇਕੁਏਸ਼ਨ 58 ਦੇ ਵਿੱਚ ਇਹ ਕੀ ਹੈਗਾ, ਆਈਗਨ ਫੰਕਸ਼ਨ ਹੈ। ਤੋ ਇਸੇ ਕਰਕੇ ਬੇਟੇ ਆਪਾਂ ਇਸ ਨੂੰ ਸੇਮ ਆਪਾਂ ਕੈਲਕੂਲੇਟ ਕਰਕੇ ਇੱਥੇ ਲਿਖ ਦਿੱਤਾ ਕਿ ਬਈ a sin 2 ਪਾਈ ਮਿਊ ਟੀ ਜੀ ਟੀ ਦੇ ਬਰਾਬਰ ਹੈ। ਇਕੁਏਸ਼ਨ ਨੰਬਰ 59 ਆਪਾਂ ਬਣਾ ਲਈ। ਹੁਣ ਤੁਸੀਂ ਇਹ ਦੇਖੋ, ਅਗਰ ਆਪਾਂ ਇਕੁਏਸ਼ਨ ਨੰਬਰ 57 ਦੇਖੀਏ ਜੋ ਕਿ ਸਭ ਤੋਂ ਉੱਪਰ ਵਾਲੀ ਹੈ, ਅਗਰ ਮੈਂ ਉਸ ਨੂੰ ਟਾਈਮ ਤੋਂ ਛੱਡ ਕੇ x ਦੇ ਨਾਲ ਕੋਰਸਪੋਂਡ ਕਰਾਂ ਤਾਂ ਨੈਚੁਰਲੀ ਬੇਟੇ ਤੁਹਾਨੂੰ ਵੀ ਪਤਾ ਹੈਗਾ, ਜਿਵੇਂ ਤੁਸੀਂ ਡੈਰੀਵੇਟਿਵ ਆਫ a b ਕਰਦੇ ਹੋ, a ਡੈਰੀਵੇਟਿਵ ਆਫ b ਪਲੱਸ b ਡੈਰੀਵੇਟਿਵ ਆਫ a, ਹੈ ਨਾ, ਇਸ ਤਰ੍ਹਾਂ ਡਿਵਾਈਡਡ ਬਾਏ ਆਪਣਾ। ਸੋ ਅਲਟੀਮੇਟਲੀ
ਜਦੋਂ ਮੈਂ ਟਾਈਮ ਦੇ ਨਾਲ ਕੋਰਸਪੋਂਡ ਕੀਤਾ ਤਾਂ ਸੈਕਿੰਡ ਫੰਕਸ਼ਨ ਡੈਰੀਵੇਟਿਵ ਹੋਇਆ, ਔਰ ਜਦੋਂ x ਦੇ ਨਾਲ ਲਿੱਤਾ, ਕਿਉਂਕਿ ਸੈਕਿੰਡ ਡੈਰੀਵੇਟਿਵ ਦੇ ਵਿੱਚ ਜਿਹੜਾ gt ਫੰਕਸ਼ਨ ਹੈ ਮੇਰਾ, ਉਹਦੇ ਵਿੱਚ ਟਾਈਮ ਹੈ, ਅਤੇ fx ਦੇ ਵਿੱਚ ਕੀ ਹੈ, स्पेस है या पाथ लेंथ है या XYZ है, ठीक, डिस्टेंस है। सो अगर बेटे मैं क्वेश्चन नंबर 57 नूं x दे नाल कोरसपोंड करा तो क्वेश्चन नंबर 60 बनेगी, पर मैं ये वैल्यूज़ उसनूं क्वेश्चन नंबर 50 दे विच कंबाइन कर सकदा। अगर मैं 54, 59 ते 60 नूं कंबाइन करा तो मेरे कोल बहुत सिंपल 61 क्वेश्चन बनेगी, जिस दे विच ये गल बेटे क्लैरीफाई हो रही है कि एक पासे सैकेंड डेरीवेटिव आ रहा हैगा लैफ्ट हैंड साइड ते फंक्शन x का विद रिस्पैक्ट टू x, ते राइट हैंड साइड ते फंक्शन x है विद सम कॉन्सटेंट है। तो बहुत वधिया चीज़ है, एक तरह का एक गल तो सानू क्लैरीफाई हो गई सी कि ये साइन वेव है, तो ये एक सिंपल हारमोनिक बिहेवियर शो कर रहा है। बेटे अगर ये सिंपल हारमोनिक बिहेवियर शो कर रहा तो इट मीनस यदि कोई फ्रिक्वेंसी होएगी, और इसी नूं साइंटिस्ट ने अगे लैके चलिया, और 61 तो बाद इसने आई गल कही, इट इज़ वेल नोन द फ्रिक्वेंसी ऑफ द वाइब्रेशंस म्यू is related to the velocity u by the expression u is equal to mu lambda। नैचुरली सारिਆਂ ਨੂੰ पता हैगा, +2 की किताब च भी लिखिया c is equal to mu lambda, ठीक है। c की जगह तो इत्थे की हैगा u, वो तो स्पीड ऑफ लाइट होंदी है, ठीक। तो एक तरह का ये म्यू u इज़ इक्वल टू म्यू लैम्डा है, म्यू थोड़ी फ्रिक्वेंसी है, लैम्डा थोड़ा वेव लेंथ है, और नैचुरली u थोड़ी स्पीड है। और अगर तुसी इसनूं कोरसपोंड करो तो तुहाडे कोल म्यू की जगह ते तुसी नैचुरली म्यू की हैगा u अपॉन लैम्डा, तो नैचुरली तुसी उसकी वैल्यू इहदे विच पुट करके इक्वेशन नंबर 62 बना सकते हो। हुण सवाल उठदा है, जिवें कि मैं तुहानूं पहला कहा सी कि ये कोई बॉल नहीं है, गेंद नहीं है, ये इलैक्ट्रॉन है। इलैक्ट्रॉन का पता नहीं है, ये चलिया एक्स एक्सिस ते है, नाल ही वाई ते पहुँच गया, नाल ही जैड ते पहुँच गया। सो इसे करके आपां ये कंसीडर करते हैं क्वेश्चन नंबर 62 च कि जिहड़ी कि वैलिड है वेव मोशन वन डिमेंशन दे विच, पर तुहानूं पता बेटे कि जिहड़ी डिमेंशनस ने वो एक्स वाई जैड 3 डिमेंशन होंदे ने। वैसे थोनों भी ये भी पता हैगा कि दुनिया 6 डिमेंशन है, पी एक्स पी वाई तो पी जैड भी है, तो एक्स वाई जैड भी 3 अपने डिमेंशनस बनते हैं। सो उसने इसनूं सिंपलीसिटी करन दे लई इक्वेशन नंबर 62 नूं 63 दे विच कंसीडर किया। सो डेरीवेटिव ऑफ सैकेंड डेरीवेटिव ऑफ साई डेल एक्स स्केयर प्लस डेरीवेटिव सैकेंड डेरीवेटिव ऑफ साई डेल वाई स्केयर प्लस सैकेंड डेरीवेटिव ऑफ साई डेल जेड स्केयर। क्वेश्चन नंबर 63 देखो तो सिमिलरली ये क्वेश्चन तुसी अपनी BSc इनऑर्गेनिक दे विच भी गो थ्रू की है, -4 पाई स्केयर अपॉन लैम्डा स्केयर। सो अगर तुसी डी ब्रोगली का हाइपोथेसिस लगाते हो, नैचुरली तुसी इनऑर्गेनिक दे विच भी लैम्डा इज इक्वल टू H अपॉन MV लगाया सी, और डी ब्रोगली का हाइपोथेसिस थोनों भी पता हैगा कि ये मैक्रोस्कोपिक चीज़ों लिए एप्लीकेबल नहीं होंदा, माइक्रोस्कोपिक दे लई कैलकुलेट होंदा है। तो लैम्डा की वैल्यू आपां पुट कर सकते हैं। हुण बेटे खेल बड़ा आसान हो गया। क्वेश्चन नंबर 64 देखो, लैम्डा की वैल्यू H अपॉन MV होंदी है, तो H स्केयर M स्केयर V स्केयर M स्केयर V स्केयर ऊपर चला गया, जिसनों इन्हें V की जगह तो U ले लिया इनीशियल वेलोसिटी। हुण सारिਆਂ ਨੂੰ पता है कि इक्वेशन नंबर 65 की है कि टोटल एनर्जी की होंदी है, सम ऑफ कनेटिक एनर्जी एंड सम ऑफ पोटेंशियल एनर्जी। तो आपां बड़ा वधिया आपां MU स्केयर की वैल्यू कैलकुलेट कर सकते हैं, क्योंकि नैचुरली E इज़ टोटल एनर्जी, E इज़ इक्वल टू काइनेटिक एनर्जी T प्लस V पोटेंशियल एनर्जी।
और नैचुरली अगर मैं एम यू स्केयर नू रखा तो 2e माइनस वी आ जाएगा इक्वेशन नंबर 65 और इस दी वैल्यू नू अगर मैं 64 दे विच पावा तो नैचुरली उही इक्वेशन आ गई जी BSc इनऑर्गेनिक च आपां कीती सी डेल स्केयर साई अपॉन डेल एक्स स्केयर प्लस डेल स्केयर साई अपॉन डेल वाई स्केयर प्लस डेल स्केयर साई अपॉन डेल जेड स्केयर प्लस 8 पाई स्केयर एम ई माइनस वी अपॉन एच स्केयर साई इज इक्वल टू 0। हुण बेटे एक चीज़ तो क्लैरीफाई है कि श्रोडिंजर ने श्रोडिंजर वेव इक्वेशन बना दी तो इसका बेनीफिट की होया बेटे बेनीफिट तो होएगा इसका जिहड़ा रिजल्ट है बेनीफिट की हैगा बेनीफिट ये बनेगा अगर सानू श्रोडिंजर वेव इक्वेशन तो बेटे आइगन फंक्शंस मिलन क्योंकि आइगन फंक्शंस आर दी कंप्लीट एड्रैस ऑफ एन इलैक्ट्रॉन आपां एंड दे विच यही चीज़ डिस्कस करनी है। नैचुरली श्रोडिंजर वेव इक्वेशन तो सानू कुछ नहीं मिलिया क्योंकि ई माइनस वी एक पोटेंशियल वैल है मेरे को एग्जैक्ट मैनू ये चाहिए कि इलैक्ट्रॉन मेरा कितनी एनर्जीज है किहड़े शैल च बैठा किहड़े सब शैल च बैठा तो नैचुरली मैनू उहदी कंप्लीट इन्फॉर्मेशन चाहिए है जो कि उसनू सोल्यूशन दे विच आपां अगे डिस्कस करांगे। हाँ जी बेटे हुण क्वेश्चन नंबर अपनी 69 ते आओ हुणे तुसी 68 ते 66 ते खत्म किया डेल स्केयर साई अपॉन डेल एक्स स्केयर प्लस डेल स्केयर साई अपॉन डेल वाई स्केयर प्लस डेल स्केयर साई अपॉन डेल जेड स्केयर 8 पाई स्केयर एम ई माइनस वी साई अपॉन एच स्केयर ई इज इक्वल टू 0। बेटे काम की गल हुण समझो मेरे को सवाल ये उठता श्रोडिंजर वेव इक्वेशन बन गई पर इहदा फायदा की होया फायदा कुछ नहीं होया जब तक आपां बेटे इसनू इहदे तो जिवें नैचुरली आपां नूं फल निचोड़ना पैंदा रस दे लई सिमिलरली आपां नूं इसनू एक रिड्यूसिबल फॉर्म च लेना पेगा। श्रोडिंजर वॉज वेरी इंटैलीजेंट एट दैट टाइम बिकॉज ही डिड लॉट ऑफ वर्क ऑन इट तो बेटे उन्हें इसनू हैमिल्टोनियन के कोरसपोंड ले लिया क्योंकि बेसिक तो उही रहिंदे ने तुहानूं मैं पहला भी बेसिक ऑफ क्वांटम कैमिस्ट्री दे विच जो कि मेरी वीडियो पई है देखो उहदे विच साफ गल कही सी कि एच साई इज इक्वल टू ई साई अगर मैं कोई ऑपरेटर ऑपरेट करदा वेव फंक्शन ते और मेरे कोल उही वेव फंक्शन आंदा then and then we called that wave function a well behaved wave function या आइगन फंक्शन क्योंकि नैचुरली आइगन फंक्शन है वेल बिहेव्ड तो होएगा ही वो तो बहुत बड़ी चीज़ है। सो उसने 68 ते 69 च इसनू हैमिल्टोनियन दे कोरसपोंडिंग लैके चलिया और तुहानू सारिਆਂ ਨੂੰ भी पता है कि डेल स्केयर अपॉन डेल एक्स स्केयर प्लस डेल स्केयर अपॉन डेल वाई स्केयर प्लस डेल स्केयर अपॉन डेल जेड स्केयर एक तरह का लैपलेसियन स्केयर है। लैपलेसियन स्केयर का मतलब की है एक लैपलेसियन एक मैथेमैटिकल ऑपरेटर है जिहड़ा एक्स वाई जेड एक्सिस नू इकट्ठा करता है और बेटे जो इसने 69 लैपलेसियन लगाया तो इक्वेशन बहुत ही आसान होगी एच कैप इज इक्वल टू माइनस एच बार स्केयर अपॉन 2m लैपलेसियन स्केयर डेल्टा स्केयर मीन डेल्टा इज लैपलेसियन प्लस v पोटेंशियल एनर्जी और बेटे ये तो बहुत सिंपल फॉर्म बन गई एच कैप साई इज इक्वल टू ई साई दैट इज़ 71 नंबर इक्वेशन। बेटे कई बार इंटरव्यू च आपां जांदे आ ते आपां जिहड़े लोग पुछदे ने कि बेटे श्रोडिंजर वेव इक्वेशन दसो कुछ बच्चे कहंदे ने जिहड़ा ध्यान नाल सुनना बड़े हासे वाली गल है मेरे बट इंटरस्टिंग गल है कुछ बच्चे कहते हैं आके डेल स्केयर साई अपॉन डेल एक्स स्केयर प्लस डेल स्केयर साई अपॉन डेल वाई स्केयर प्लस डेल स्केयर साई अपॉन डेल जेड स्केयर प्लस 8 पाई स्केयर एम ई माइनस वी साई इज इक्वल टू अपॉन एच स्केयर साई इज इक्वल टू 0 वो क्वेश्चन दे देंगे ने एग्जामिनर सोचता ठीक है कुछ
ਹੋਰ ਤਰ੍ਹਾਂ ਦੇ ਬੱਚੇ ਵੀ ਬੇਟੇ ਆਉਂਦੇ ਨੇ, ਉਹ ਕਹਿੰਦੇ ਨੇ 1/r² ਡੇਲ r² ਡੇਲ ਫਾਈ ਡੇਲ r ਪਲੱਸ 1/r² ਸਾਈਨ ਥੀਟਾ ਡੇਲ ਫਾਈ ਡੇਲ ਥੀਟਾ ਪਲੱਸ 1/r² ਸਾਈਨ ਸਕੇਅਰ ਫਾਈ ਡੇਲ ਸਕੇਅਰ ਫਾਈ ਅਪੋਨ ਡੇਲ ਫਾਈ ਸਕੇਅਰ ਪਲੱਸ 8π² ਮਿਊ ਅਪੋਨ s ਸਕੇਅਰ e ਮਾਈਨਸ v ਸਾਈ ਇਜ਼ ਇਕੁਅਲ ਟੂ 0। ਬੇਟੇ ਇਸ ਤਰ੍ਹਾਂ ਦੇ ਬੱਚੇ ਵੀ ਆਉਂਦੇ ਨੇ, ਪਰ ਇਹ ਦੋਨੋਂ ਬੱਚਿਆਂ ਦੇ ਸਿਲੈਕਸ਼ਨ ਨਹੀਂ ਹੁੰਦੀ ਇੰਟਰਵਿਊ 'ਚ, ਕਿਉਂਕਿ ਸਿੰਪਲ ਦੇਖੋ ਪਹਿਲੇ ਵਾਲੀ ਵੀ ਸ਼੍ਰੋਡਿੰਜਰ ਵੇਵ ਇਕੁਏਸ਼ਨ ਹੈ, ਦੂਜੇ ਵਾਲੀ ਵੀ ਸ਼੍ਰੋਡਿੰਜਰ ਵੇਵ ਇਕੁਏਸ਼ਨ ਹੈ, ਅਤੇ ਸਿਲੈਕਟ ਕੌਣ ਹੁੰਦਾ ਇੰਟਰਵਿਊ 'ਚ? ਜਿਹੜਾ ਆ ਕੇ ਬੜੀ ਪੋਲਾਈਟਲੀ ਕਹਿੰਦਾ h ਸਾਈ ਇਜ਼ ਇਕੁਅਲ ਟੂ e ਸਾਈ। ਕਿਉਂਕਿ ਇੰਟਰਵਿਊ ਬੋਰਡ ਵਾਲੇ ਇਹ ਗੱਲ ਕਲੈਰੀਫਾਈ ਕਰ ਲੈਂਦੇ ਆ, ਮੈਂ ਇਹਨੂੰ ਇੱਕ ਕੰਮ ਦਿੱਤਾ ਬੱਚੇ ਨੂੰ ਔਰ ਇਹ ਬੱਚੇ ਨੇ ਨਾ ਕੰਪਲੈਕਸ ਕਰਕੇ ਮੈਨੂੰ ਦੱਸਿਆ, ਇਹ ਰੱਟੇ ਲਗਾਉਂਦਾ ਹੋਏਗਾ ਨੈਚੁਰਲੀ, ਜਿਹੜਾ ਅੰਨਾ ਲਰਨ ਕਰ ਲਿਆ, ਔਰ ਨੈਚੁਰਲੀ ਤੁਸੀਂ ਸਿੰਪਲ ਲੈਂਗੁਏਜ ਉਹਨੂੰ ਐਕਸਪਲੇਨ ਕਰੋ। ਜਿਹੜੀ ਐਗਜ਼ੈਕਟ ਡੈਫੀਨੇਸ਼ਨ ਹੈ ਸ਼੍ਰੋਡਿੰਜਰ ਵੇਵ ਇਕੁਏਸ਼ਨ ਦੀ, ਉਹ ਹੈਗੀ ਆ 71, ਦੈਟ ਇਜ਼ h ਸਾਈ ਇਜ਼ ਇਕੁਅਲ ਟੂ e ਸਾਈ। ਹੁਣ ਤੁਸੀਂ ਬੇਟੇ ਅੱਗੇ ਦੇਖੋ, ਨੈਚੁਰਲੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਸ਼੍ਰੋਡਿੰਜਰ ਨੇ ਨੋਬਲ ਪ੍ਰਾਈਜ਼ ਸ਼ੇਅਰ ਕੀਤਾ ਸੀ 1933 ਦੇ ਵਿੱਚ ਆਪਣਾ ਡਾਇਰੈਕਟ ਦੇ ਨਾਲ ਅਟੋਮਿਕ ਥਿਊਰੀ ਦੀ ਪ੍ਰੋਡਕਟਿਵਿਟੀ ਦੇ ਵਿੱਚ। ਹੁਣ ਉਸਨੇ ਕੁਝ ਪ੍ਰੈਪੋਜੀਸ਼ਨਸ ਬਣਾਈਆਂ, ਅਸੈਪਟੈਂਸ ਬਣਾਈਆਂ, ਕੰਡੀਸ਼ਨਸ ਬਣਾਈਆਂ, ਔਰ ਇਹ ਕੰਡੀਸ਼ਨਸ ਉਹੀ ਹੈ ਜੋ ਕਿ ਤੁਸੀਂ ਪੋਸਟੂਲੇਟਸ ਦੇ ਵਿੱਚ ਗੋ ਥਰੂ ਕੀਤੀ ਸੀ। ਕਿਉਂਕਿ ਸਭ ਤੋਂ ਪਹਿਲਾਂ ਤਾਂ ਇਟ ਸ਼ੁੱਡ ਬੀ ਕੰਟੀਨਿਊਸ, ਇਟ ਸ਼ੁੱਡ ਬੀ ਫਾਈਨਾਈਟ, ਇਟ ਸ਼ੁੱਡ ਬੀ ਸਿੰਗਲ ਵੈਲਿਊਡ। ਇਹ ਦੇਖੋ ਦ ਵੇਵ ਫੰਕਸ਼ਨ ਸਾਈ ਇਜ਼ ਸਿੰਗਲ ਵੈਲਿਊਡ, ਐਂਡ ਸੈਕਿੰਡ ਇਟ ਡੈਰੀਵੇਟਿਵ ਮਸਟ ਬੀ continuous. So continuous, finite and single values are the maximum thing which has to be considered. So बेटे अगर आप क्वेश्चन नंबर 72 देखिए तो 72 एक तरह का उसने एच साई इज इक्वल टू ई साई नू कैप दे विच लै गया, क्योंकि यूनिट वैक्टर अपना कोरसपोंडिंग होंदा है। सिमिलरली अगर आप क्वेश्चन नंबर 73 देखिए, 74 देखिए तो 75 देखिए तो साढ़े कोल ये गल क्लैरीफाई होंदी है कि एक पासे ये जीरो लै रहा, जीरो का इंटैगरल का मतलब ये है कि ये और जोड़े वेव फंक्शन ने दोनों ऑर्थोगोनल हो गए। बेटे ये बड़ी गल होंदी है, जिवें आपां कहंदे आ ये ओपोजिशन पार्टी का बंदा ये अपने ओपोजिट ही बोलेगा, तो ऑर्थोगोनैलिटी कंडीशन लग गई। तुसी BSc च पढ़ियां हैगियां नॉर्मलाइज्ड वेव फंक्शन, ऑर्थोगोनल वेव फंक्शन, तो कई दोनों होंदे ने ऑर्थो नॉर्मलाइज्ड वेव फंक्शन। तो कर्नॉकर ने इहदे ते काम किया सी, कर्नॉकर वाज ए मैथमेटिशियन, कर्नॉकर डेल्टा बड़ा मशहूर होया, और नैचुरली अगर वैल्यू 1 दी आ रही है इंटैगरल करके तो यह नॉर्मलाइज्ड ने, और अगर 0 की वैल्यू आ रही है तो ऑर्थोगोनल है। हाँ जी बेटे, मैं हुणे तुहानूं नाल गल कर रहा सी पिछे कि नैचुरली आपां श्रोडिंजर वेव इक्वेशन लिख तां लई, उसनूं हैमिल्टोनियन च भी कोरसपोंड कर लिया तो उहदे प्रैपोजिशनस भी पढ़ ले, पर तुहानूं पता है ये इक्वेशन उदों पूरी हुई जदों इसने प्रोबेबिलिटी दसी। देखो बेटे प्रोबेबिलिटी होंदी की है, याद रखो, अगर तुसी इरा एन लवाइन की किताब पढ़ो जो कि टॉप की किताब है, इंट्रोडक्शन ऑफ क्वांटम कैमिस्ट्री बाय इरा एन लवाइन की बुक बोलते हैं उसनूं, उहदे विच तुहानूं पी की वैल्यूज़ दित्ती हुई है। प्रोबेबिलिटी होंदी की है, क्योंकि देखो बेटे सिंपल जी गल है, जे सानू कोई ऐसी इक्वेशन सानू ये दसदी है कि उत्थे इलैक्ट्रॉन है तो किन्ने ने, ताइयों सानू पता लगेगा कि ये जिहड़ा इलैक्ट्रॉन हैगा इहदा की शैल है, इहदा की सब शैल है, तो इहदियां एड्रैस की है। एड्रैस मतलब प्रिंसीपल क्वांटम नंबर, एंगूलर क्वांटम नंबर, स्पिन क्वांटम नंबर, चलो स्पिन नूं आपां नहीं भी कंसीडर करते, मैग्नैटिक क्वांटम नंबर। सो अगर तुसी इक्वेशन नंबर 76 देखो बेटे, प्रोबेबिलिटी दित्ती हैगी है जो कि स्केयर की हुई है, क्योंकि तुहानूं पता हैगा जिहड़ा आपां वेव फंक्शन लैंदे आ, वेव फंक्शन नूं स्केयर इस करके करते आ क्योंकि साडे कोल रियल वैल्यूज़ आ जांदियां।
ਜਿਹੜਾ ਆਇਟਾ ਫੈਕਟਰ ਹੈ ਜਾਂ ਇਮੈਜਨਰੀ ਫੈਕਟਰ ਹੈ ਇਹ ਖਤਮ ਹੋ ਜਾਂਦਾ ਹੈ। ਤੇ ਬੇਟੇ ਇਕੁਏਸ਼ਨ ਨੰਬਰ 76 ਦੇ ਵਿੱਚ ਇਸਨੇ ਪ੍ਰੋਬੇਬਿਲਿਟੀ ਬਾਰੇ ਦੱਸਿਆ। ਤੇ ਨੈਚੁਰਲੀ ਆਪਾਂ ਨੂੰ ਇਹ ਪਤਾ ਹੈਗਾ ਕਿ ਜਿਵੇਂ ਡਿਫਰੈਂਟ ਸ਼ੈਲਸ ਹੁੰਦੇ ਨੇ, ਐਟਮ ਦੇ ਕੋਲ ਫਸਟ ਸ਼ੈਲ ਹੈ, ਸੈਕਿੰਡ ਸ਼ੈਲ ਹੈ, ਥਰਡ ਸ਼ੈਲ ਹੈ, ਉਸੀ ਤਰ੍ਹਾਂ ਸਾਨੂੰ ਪ੍ਰੋਬੇਬਿਲਿਟੀ ਵੀ ਅਲੱਗ-ਅਲੱਗ ਮਿਲਦੀ ਹੈ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਨੋਡਸ ਆਉਂਦੀਆਂ ਹੈਗੀਆਂ ਜਦੋਂ ਆਪਾਂ 1s 2s 2p 3s 3p 4s 3d ਤੇ ਅੱਗੇ ਜਾਂਦੇ ਆ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇ ਵਿੱਚ। ਵਿਚਕਾਰ ਨੋਡਸ ਵੀ ਆਉਂਦੀਆਂ ਜਿਹੜਾ ਕਿ ਨਾਰਮਲ ਫਾਰਮੂਲਾ ਤੁਸੀਂ ਸਭ ਜਾਣਦੇ ਹੋ n-l-1। ਨੋਡ ਦਾ ਮਤਲਬ ਹੈ ਪਹਿਲਾ ਇਲੈਕਟ੍ਰੋਨ ਦੀ ਪ੍ਰੋਬੇਬਿਲਿਟੀ 0, ਪਹਿਲਾ ਆਈ ਵਧੀ ਬਹੁਤ ਮੈਕਸਿਮਮ ਹੋ ਗਈ, ਫਿਰ ਇੱਕਦਮ ਗਿਰ ਗਈ ਜਸਟ ਲਾਈਕ ਮੈਕਸਵੈਲ ਬੋਲਮੈਨ ਡਿਸਟ੍ਰੀਬਿਊਸ਼ਨ, ਫਿਰ ਇੱਕਦਮ 0 ਹੋ ਗਈ, ਫਿਰ ਨੋਡ ਆ ਗਿਆ, ਫਿਰ ਇਸ ਤਰ੍ਹਾਂ ਆਪਣਾ ਚੱਲਦਾ ਰਿਹਾ। ਔਰ ਨੈਚੁਰਲੀ ਬੇਟੇ 1-2 ਇਲੈਕਟ੍ਰੋਨ ਫਾਈਂਡ ਕਰਨ ਨਾਲ ਪੂਰੇ ਸ਼ੈੱਲ ਬਾਰੇ ਆਪਾਂ ਨੂੰ ਕੰਪਲੀਟ ਇਨਫੋਰਮੇਸ਼ਨ ਨਹੀਂ ਮਿਲਦੀ। ਇਸੇ ਕਰਕੇ ਸ਼੍ਰੋਡਿੰਜਰ ਵੇਵ ਇਕੁਏਸ਼ਨ ਜਿਹੜੀ ਸਕਸੈਸਫੁਲ ਨਹੀਂ ਹੋ ਸਕੀ ਸੀ ਮਲਟੀ ਇਲੈਕਟ੍ਰੋਨ ਦੇ ਲਈ। ਹਾਲਾਂਕਿ ਲਿਖ ਤਾਂ ਲਈ ਅਸੀਂ, ਬਣਾ ਤਾਂ ਲਈ ਮਲਟੀ ਇਲੈਕਟ੍ਰੋਨ ਦੇ ਲਈ, ਪਰ ਮਲਟੀ ਇਲੈਕਟ੍ਰੋਨ ਦੇ ਵਿੱਚ ਕੀ ਹੁੰਦਾ, ਇੰਟਰ ਇਲੈਕਟ੍ਰੋਨਿਕ ਰਿਪਲਸ਼ਨਸ ਇੰਨੇ ਹੋ ਜਾਂਦੇ ਨੇ, ਇੰਨੇ ਜ਼ਿਆਦਾ ਹੋ ਜਾਂਦੇ ਨੇ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਵੇਵ ਫੰਕਸ਼ਨਸ ਆ ਜਾਂਦੇ ਨੇ ਜਿਹੜੇ ਕਿ ਇੱਕ ਮੈਥਮੈਟੀਸ਼ੀਅਨਸ ਈਵਨ ਸੁਪਰ ਕੰਪਿਊਟਰ ਦੇ ਨਾਲ ਵੀ ਸੋਲਵ ਕਰਨੇ ਡਿਫੀਕਲਟ ਹੋ ਜਾਂਦੇ ਨੇ। ਤੇ ਬੇਟੇ ਜਦੋਂ ਆਪਣੇ ਕੋਲ ਬਹੁਤ ਸਾਰੇ ਪ੍ਰੋਬੇਬਿਲਿਟੀਜ਼ ਆ ਗਈਆਂ, ਆਪਾਂ ਉਸ ਨੂੰ ਇੰਟੈਗਰਲ ਲੈ ਲਈਦੀਆਂ -ਇਨਫੀਨਿਟੀ ਤੋਂ +ਇਨਫੀਨਿਟੀ, ਕਿਉਂਕਿ ਇਲੈਕਟ੍ਰੋਨ ਕਿੱਥੇ ਤੱਕ ਜਾ ਸਕਦਾ, ਇਨਫੀਨਿਟੀ ਤੱਕ ਜਾ ਸਕਦਾ, ਰਾਈਟ। ਇਸ ਕਰਕੇ ਆਪਾਂ ਆਪਣਾ ਮੇਜਰ ਜਿਹੜਾ ਅਪਰ ਲਿਮਿਟ ਹੈ +ਇਨਫੀਨਿਟੀ ਰੱਖ ਲਈ। ਔਰ ਜਦੋਂ ਆਪਾਂ ਇੰਟੈਗਰਲ ਕਰਾਂਗੇ ਆਪਾਂ ਕਹਾਂਗੇ ਜੋ ਵੀ ਹੈ ਇਹਦੇ ਵਿੱਚ ਹੀ ਹੈ, ਜੋ ਵੀ ਹੈ ਇਹਦੇ ਵਿੱਚ ਹੀ ਹੈ, ਦੈਟ ਇਜ਼ 100% 1। ਸੋ ਇਹ ਕੁਐਸਚਨ ਇਹ ਸਿਗਨੀਫਾਈ ਕਰਦੀ ਹੈ ਕਿ ਸਾਨੂੰ ਇਹਦੇ ਤੋਂ ਇਲੈਕਟ੍ਰੋਨ ਦੀ ਡੈਂਸਿਟੀ ਮਿਲੇਗੀ ਔਰ ਇਲੈਕਟ੍ਰੋਨ ਦੀ ਬੇਟੇ ਡੈਂਸਿਟੀ ਤੋਂ ਸਿੰਪਲ ਐਗਜ਼ੈਕਟਲੀ ਕੁਆਂਟਮ ਨੰਬਰ ਵੱਲ ਇਸ਼ਾਰਾ ਹੁੰਦਾ ਹੈ। ਇਹਦੇ ਬਾਰੇ ਆਪਾਂ ਅੱਗੇ ਵੀ ਡਿਸਕਸ ਕਰਾਂਗੇ ਆਪਣੀ ਅਗਲੀ ਨੈਕਸਟ ਵੀਡੀਓਜ਼ ਦੇ ਵਿੱਚ, ਕਿ ਜਿਹਦੇ ਵਿੱਚ ਤੁਹਾਨੂੰ ਮੈਂ RPDF ਬਾਰੇ ਡਿਟੇਲ ਦੱਸਾਂਗਾ, ਰੇਡੀਅਲ ਪ੍ਰੋਬੇਬਿਲਿਟੀ ਡਿਸਟ੍ਰੀਬਿਊਸ਼ਨ ਫੰਕਸ਼ਨ, ਜੋ ਕਿ ਇੱਕ ਬੜਾ ਇੰਪੋਰਟੈਂਟ ਫੈਕਟਰ ਹੈ ਜਿਸ ਦੇ ਵਿੱਚ ਆਪਾਂ ਇੱਕ ਰੇਡੀਅਲ ਵੇਵ ਫੰਕਸ਼ਨ ਲੈਂਦੇ ਆ ਤੇ ਇੱਕ ਐਂਗੂਲਰ ਵੇਵ ਫੰਕਸ਼ਨ ਲੈਂਦੇ ਆ। ਰੇਡੀਅਲ ਵੇਵ ਫੰਕਸ਼ਨ ਨੂੰ ਦਾ ਸਬ ਫੰਕਸ਼ਨ R ਹੈ ਤੇ ਐਂਗੂਲਰ ਵੇਵ ਫੰਕਸ਼ਨ ਦਾ ਥੀਟਾ ਤੇ ਫਾਈ ਹੈ। ਨੈਚੁਰਲੀ ਰੇਡੀਅਲ ਵੇਵ ਫੰਕਸ਼ਨ ਦੇ ਤੇ ਐਂਗੂਲਰ ਵੇਵ ਫੰਕਸ਼ਨ ਵਿੱਚ ਕਾਮਨ ਫੰਕਸ਼ਨ ਵੀ ਹੈ, ਸਬ ਫੰਕਸ਼ਨ ਹੈ, ਬੇਟੇ ਦੱਸ ਸਕਦੇ ਹੋ, ਉਹ ਹੈਗਾ ਥੀਟਾ। ਤਾਈਓ R ਦੇ ਨਾਲ R, ਥੀਟਾ ਲਿਖਿਆ ਹੁੰਦਾ ਹੈ ਤੇ ਫਾਈ ਦੇ ਨਾਲ ਹਮੇਸ਼ਾ ਥੀਟਾ, ਫਾਈ ਲਿਖਿਆ ਹੁੰਦਾ ਹੈ। ਅਲਟੀਮੇਟਲੀ ਜਿਹੜਾ ਥੀਟਾ ਹੈਗਾ, ਐਂਗਲ ਹੈਗਾ, ਇਹ ਦੋਨਾਂ ਦੇ ਵਿੱਚ ਕੋਰਸਪੋਂਡ ਹੁੰਦਾ ਹੈ, ਕਿਉਂਕਿ ਅਸੀਂ ਲੋਕ ਇਹ ਜਾਣਨਾ ਚਾਹੁੰਦੇ ਆ ਇਲੈਕਟ੍ਰੋਨ ਕਿੰਨੀ ਦੂਰੀ 'ਤੇ ਹੈ ਤੇ ਕਿਸ ਔਰਬਿਟਲ ਵਿੱਚ ਹੈ, ਕਿਸ ਐਂਗਲ 'ਤੇ ਹੈ ਤੇ ਉਹਦਾ ਕੰਪਲੀਟ ਐਡਰੈਸ ਕੀ ਹੈ। ਅਗਰ ਇਹ ਇਨਫੋਰਮੇਸ਼ਨ ਸਾਨੂੰ ਸ਼੍ਰੋਡਿੰਜਰ ਤੋਂ ਮਿਲੀ ਔਰ ਬਿਲਕੁਲ ਮਿਲੀ ਤਾਂ ਹੀ ਉਹ ਸ਼੍ਰੋਡਿੰਜਰ ਵੇਵ ਇਕੁਏਸ਼ਨ ਸਕਸੈਸਫੁਲ ਹੋਈ। ਸਿਰਫ ਐਨਰਜੀ ਕੈਲਕੂਲੇਟ ਕਰਨ ਨਾਲ ਸਕਸੈਸ ਨਹੀਂ ਮਿਲਦੀ, ਐਨਰਜੀ ਦੇ ਨਾਲ ਸਾਨੂੰ ਐਗਜ਼ੈਕਟ ਜਿਹੜਾ ਉਸਦਾ ਜਿਸ ਨੂੰ ਆਪਾਂ ਕੰਪਲੀਟ ਐਡਰੈਸ ਆਫ ਐਨ ਇਲੈਕਟ੍ਰੋਨ ਕਹਿੰਦੇ ਆ, ਆਈ ਥਿੰਕ ਤੁਸੀਂ ਸਭ ਇਸ਼ਾਰਾ ਮੇਰਾ ਸਮਝ ਗਏ ਹੋ, ਦੈਟ ਇਜ਼ ਕੁਆਂਟਮ ਨੰਬਰ। ਸੋ ਦਿਸ ਇਜ਼ whole about your Schrodinger wave equation. Thanks.